ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ ਤੇ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਕੀ ਵਾਰ ਮਹੱਲੇ ਚੌਥੇ ਦੀ ਬਾਣੀ। ਕੱਲ ਆਪਾਂ 20ਵੀਂ ਪੌੜੀ ਦੇ ਸ਼ਲੋਕ ਵਿਚਾਰ ਰਹੇ ਸੀ। ਦੋ ਸ਼ਲੋਕਾਂ ਦੀ ਆਪਾਂ ਵਿਚਾਰ ਕੀਤੀ ਸੀ, ਲੇਕਿਨ ਇਸ ਪੌੜੀ ਦੇ 3 ਸ਼ਲੋਕ ਸੀ। ਇਸ ਕਰਕੇ ਫਿਰ ਆਪਾਂ ਵਿਚਾਰ ਰੋਕ ਦਿੱਤੀ ਸੀ ਵਿਚਾਲੇ ਹੀ, ਕਿਉਂਕਿ ਸਮਾਂ ਥੋੜਾ ਸੀ ਅਭਿਆਸ ਦਾ। ਸੋ ਆਓ ਹੁਣ ਆਪਾਂ ਉਸ ਸ਼ਬਦ ਦੀ ਤੇ ਪੌੜੀ ਦੀ ਵਿਚਾਰ ਕਰਦੇ ਹਾਂ। ਆਓ ਥੋੜਾ ਪਹਿਲਾਂ ਆਪਾਂ ਜਿੱਥੇ ਵਿਚਾਰ ਛੱਡੀ ਸੀ ਉੱਥੋਂ ਸ਼ੁਰੂ ਕਰੀਏ। ਮਹੱਲੇ ਚੌਥੇ ਦਾ ਸ਼ਲੋਕ ਸੀ, ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਸੱਚੀ ਸੰਗਤ ਵਿੱਚ ਹਰੀ ਦੀ ਉਸਤਤ ਹੈ। ਸਾਧੂ ਜਨਾਂ ਦਾ ਮਿਲ ਕੇ ਸੰਗ ਹੁੰਦਾ ਹੈ, ਜਿੱਥੇ ਉੱਥੇ ਸੰਗਤ ਦੀ ਸੱਚੀ ਸੰਗਤ ਦੇ ਵਿੱਚ ਹਰੀ ਦੀ ਉਸਤਤ ਹੁੰਦੀ ਹੈ। ਕਿੱਥੇ ਹੁੰਦੀ ਹੈ? ਜਿੱਥੇ ਸਾਧੂ ਜਨ ਹੁੰਦੇ ਨੇ, ਉਹਨਾਂ ਨੂੰ ਮਿਲ ਕੇ ਆਪਾਂ ਉਸਤਤ ਸੁਣਨੀ ਹੈ, ਕਰਨੀ ਹੈ। ਉਹ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰੇ ਪਰਉਪਕਾਰੀ ਹੈ। ਤੇ ਉਹ ਸਾਨੂੰ ਪਰਉਪਕਾਰ ਦਾ ਉਪਦੇਸ਼ ਦਿੰਦੇ ਨੇ, ਪ੍ਰਭੂ ਨਾਲ ਮਿਲਣ ਦਾ ਗਿਆਨ ਦਿੰਦੇ ਨੇ। ਐਸੇ ਜਨਾਂ ਨੂੰ ਗੁਰਬਾਣੀ ਧਨ ਕਹਿੰਦੀ ਹੈ। ਹਰ ਨਾਮ ਦਰੜਾਵੇ, ਹਰ ਨਾਮ ਸੁਣਾਵੇ, ਹਰ ਨਾਮੇ ਜਗ ਨਿਸਤਾਰਿਆ। ਹਰੀ ਦਾ ਨਾਮ ਦਾ ਗਿਆਨ ਦਿੰਦੇ ਨੇ, ਫਿਰ ਉਸ ਨੂੰ ਦ੍ਰਿੜ ਕਰਵਾਉਂਦੇ ਨੇ, ਤੇ ਇੱਦਾਂ ਮਨ ਜਿਹੜਾ ਹੈ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਗੁਰ ਵੇਖਣ ਕੋ ਸਭ ਕੋਈ ਲੋਚੈ, ਨਵਖੰਡ ਜਗਤ ਨਮਸਕਾਰਿਆ। ਸਭ ਲੋਚਦੇ ਨੇ ਗੁਰ ਵੇਖਣ ਨੂੰ। 9 ਖੰਡਾਂ ਦੇ ਵਿੱਚ ਸਾਰੇ ਲੋਚਦੇ ਨੇ, ਨਮਸਕਾਰ ਕਰਦੇ ਨੇ, ਚਾਹੁੰਦੇ ਨੇ ਗੁਰੂ ਨੂੰ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ। ਲੇਕਿਨ ਆਪ ਸਤਿਗੁਰ ਦੇ ਵਿੱਚ ਆਪ ਆਪਣਾ ਗਿਆਨ ਦਿੰਦਾ ਹੈ ਵਸ ਕੇ, ਤੇ ਆਪ ਗੁਰ ਦਾ ਗਿਆਨ ਕਰਵਾਉਂਦਾ ਹੈ। ਇਹ ਸਾਰਾ ਉਸ ਪ੍ਰਭੂ ਦਾ ਆਪਣਾ ਖੇਡ ਹੈ, ਆਪਣੇ ਜਨਾਂ ਦੁਆਰਾ। ਤੂੰ ਆਪੇ ਪੂਜੈ ਪੂਜ ਕਰਾਵੈ, ਸਤਿਗੁਰ ਕੋ ਸਿਰਜਣਹਾਰਿਆ। ਆਪਣੀ ਪੂਜਾ ਆਪ ਕਰਵਾਉਂਦਾ ਹੈ, ਆਪ ਸਿਰਜਣਹਾਰ ਹੈ, ਆਪ ਹੀ ਸਤਿਗੁਰ ਦੀ ਸਿਰਜਣਾ ਕਰਦਾ ਹੈ। ਸਾਰਾ ਕੁਛ ਆਪ ਕਰਨ ਵਾਲਾ ਹੈ। ਜਦੋਂ ਇਹ ਸੋਝੀ ਹੋ ਜਾਂਦੀ ਹੈ, ਫਿਰ ਉਸ ਪ੍ਰਭੂ ਦੇ ਸਨਮੁਖ ਹੋ ਕੇ ਹੀ ਇਹ ਵਿਚਾਰ ਹੁੰਦੀ ਹੈ, ਇਹ ਗਿਆਨ ਹੁੰਦਾ ਹੈ। ਕੋਈ ਵਿਛੜ ਜਾਏ ਸਤਿਗੁਰ ਪਾਸੋਂ, ਤਿਸ ਕਾਲਾ ਮੂੰਹ ਜਮ ਮਾਰਿਆ। ਕੋਈ ਵਿਛੜ ਜਾਵੇ ਸਤਿਗੁਰ ਤੋਂ, ਉਹਦਾ ਮੁੱਖ ਕਾਲਾ ਹੋ ਜਾਂਦਾ ਹੈ, ਜਾਮਾਂ ਦੀ ਮਾਰ ਪੈਂਦੀ ਹੈ। ਤਿਸ ਅੱਗੇ ਪਿੱਛੇ ਢੋਈ ਨਾਹੀਂ, ਗੁਰਸਿੱਖੀ ਮਨ ਵਿਚਾਰਿਆ। ਉਹਨਾਂ ਨੂੰ ਅੱਗੇ ਪਿੱਛੇ ਢੋਈ ਨਹੀਂ ਮਿਲਦੀ, ਨਾ ਲੋਕ ਤੇ ਨਾ ਪਰਲੋਕ। ਇਹ ਗੁਰਸਿੱਖਾਂ ਨੇ ਵਿਚਾਰ ਕੇ ਦੇਖਿਆ ਹੈ। ਗੁਰਸਿੱਖੀ ਦੇ ਵਿੱਚ ਇਹੀ ਹੈ ਕਿ ਸਤਿਗੁਰ ਤੋਂ ਵਿਛੜ ਕੇ ਕਿਤੇ ਢੋਈ ਨਹੀਂ ਹੈ। ਸਤਿਗੁਰ ਨੂੰ ਮਿਲੇ ਸੇ ਜਨ ਉਬਰੇ, ਜਿਨ ਹਿਰਦੇ ਨਾਮ ਸਮਾਰਿਆ। ਸਤਿਗੁਰ ਨੂੰ ਮਿਲਦੇ ਨੇ ਉਹੀ ਉਭਰਦੇ ਨੇ, ਜਿਹੜੇ ਹਿਰਦੇ ਦੇ ਵਿੱਚ ਨਾਮ ਨੂੰ ਬੁੱਝ ਲੈਂਦੇ ਨੇ, ਸੰਭਾਲਦੇ ਨੇ। ਜਨ ਨਾਨਕ ਗੁਰਸਿੱਖ ਪੁੱਤੋ, ਹਰ ਜਪਿਓ ਹਰ ਨਿਸਤਾਰਿਆ। ਤੇ ਸਤਿਗੁਰ ਸਮਝਾਉਂਦੇ ਨੇ ਕਿ ਨਾਨਕ ਦੇ ਪੁੱਤੋ, ਹਰ ਜਪਿਓ ਹਰ ਨਿਸਤਾਰਿਆ। ਜਿਹੜੇ ਪਰਮੇਸ਼ਰ ਦੇ ਹਰੀ ਦੇ ਪੁੱਤਰ ਨੇ, ਜਿਨ੍ਹਾਂ ਨੂੰ ਆਪ ਆਪਣੇ ਬਣਾ ਲੈਂਦਾ ਹੈ, ਉਹ ਫਿਰ ਹਰੀ ਦਾ ਜਾਪ ਕਰਦੇ ਨੇ, ਹਰੀ ਦਾ ਗਿਆਨ ਦਿੰਦੇ ਨੇ,
ਤੇ ਇੱਦਾਂ ਫਿਰ ਜਗਤ ਦਾ ਨਿਸਤਾਰਾ ਹੁੰਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅੱਗੇ ਹੈ ਮਹੱਲੇ ਤੀਜੇ ਦਾ ਸ਼ਬਦ ਹੈ, ਹਉਮੈ ਜਗਤ ਭੁਲਾਇਆ ਦੁਰਮਤ ਵਿਖਿਆ ਬੇਕਾਰ। ਵੀ ਸੰਸਾਰ ਹਉਮੈ ਦੇ ਵਿੱਚ ਭੁੱਲਿਆ ਹੈ, ਭੁਲਾ ਦਿੱਤਾ ਹੈ ਹਉਮੈ ਨੇ, ਕਿਉਂਕਿ ਵਿਖ ਦੇ ਵਿੱਚ ਹੈ, ਤ੍ਰੈ ਗੁਣ ਵਿਖ ਹੈ, ਦੁਰਮਤ ਦੇ ਵਿੱਚ ਫਸਿਆ ਹੈ, ਗੁਰਮਤ ਨੂੰ ਭੁਲਾ ਦਿੱਤਾ ਹੈ, ਬੇਕਾਰਾਂ ਦੇ ਵਿੱਚ ਫਸਿਆ ਹੈ। ਸਾਰਾ ਸੰਸਾਰ ਹੀ, ਇਸ ਨੂੰ ਆਪਾਂ ਪੜ੍ਹਦੇ ਹਾਂ, ਇਹ ਸੰਸਾਰ ਬੇਕਾਰ ਸੰਸੇ ਮੈਂ, ਸਾਰਾ ਸੰਸਾਰ ਬੇਕਾਰਾਂ ਦੇ ਵਿੱਚ, ਸੰਸਿਆਂ ਦੇ ਵਿੱਚ ਫਸਿਆ ਹੋਇਆ ਹੈ। ਸਤਿਗੁਰ ਮਿਲੇ ਤਾਂ ਨਦਰ ਹੋਏ ਮਨਮੁਖ ਅੰਧ ਅੰਧਿਆਰ। ਵੀ ਜਿਨ੍ਹਾਂ ਨੂੰ ਸੱਚਾ ਗੁਰ ਮਿਲਦਾ ਹੈ ਉਹਨਾਂ ਕੋਲ ਉਹ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ ਜਿਹੜੇ ਫਿਰ ਉਸ ਮਾਲਕ ਨੂੰ ਦੇਖ ਸਕਦੇ ਨੇ, ਨਾਮ ਨੂੰ ਬੁੱਝ ਸਕਦੇ ਨੇ। ਤੇ ਦੂਜੇ ਜਿਹੜੇ ਮਨਮੁਖ ਨੇ ਉਹ ਅੰਧ ਅੰਧਿਆਰ ਵਿੱਚ ਫਸੇ ਰਹਿੰਦੇ ਨੇ, ਉਹਨਾਂ ਨੂੰ ਪ੍ਰਕਾਸ਼ ਨਹੀਂ ਹੁੰਦਾ, ਉਹਨਾਂ ਨੂੰ ਗਿਆਨ ਨਹੀਂ ਹੁੰਦਾ। ਜਿਨ੍ਹਾਂ ਨੂੰ ਸਤਿਗੁਰ ਮਿਲਦਾ ਹੈ, ਸੱਚਾ ਗੁਰ ਦਾ ਗਿਆਨ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਪੈਂਦਾ ਹੈ ਤੇ ਉਹਨਾਂ ਨੂੰ ਪ੍ਰਕਾਸ਼ ਹੁੰਦਾ ਹੈ। ਨਾਨਕ ਆਪੇ ਮੇਲੇ ਜਿਸ ਨੂੰ ਸ਼ਬਦ ਲਾਏ ਪਿਆਰ। ਆਪ ਪਰਮੇਸ਼ਰ ਮੇਲ ਲੈਂਦਾ ਹੈ, ਪਰ ਕਿਵੇਂ ਮੇਲਦਾ ਹੈ? ਪਹਿਲਾਂ ਆਪਣਾ ਗੁਰ ਸ਼ਬਦ ਦਾ ਗਿਆਨ ਦਿੰਦਾ ਹੈ, ਫਿਰ ਉਹਨਾਂ ਨੂੰ ਸ਼ਬਦ ਦੇ ਨਾਲ ਪਿਆਰ ਪਾ ਦਿੰਦਾ ਹੈ। ਫਿਰ ਉਹ ਗੁਰ ਸ਼ਬਦ ਨੂੰ ਪਿਆਰ ਕਰਦੇ ਨੇ, ਗੁਰ ਨੂੰ ਪਿਆਰ ਕਰਦੇ ਨੇ, ਤੇ ਫਿਰ ਉਹ ਉਹਨਾਂ ਨੂੰ ਆਪ ਮੇਲ ਲੈਂਦਾ ਹੈ, ਉਹਨਾਂ ਨੂੰ ਸੋਝੀ ਦਿੰਦਾ ਹੈ। ਉਹਨਾਂ ਦੇ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪੈ ਜਾਂਦਾ ਹੈ, ਉਹਨਾਂ ਨੂੰ ਪ੍ਰਕਾਸ਼ ਹੋ ਜਾਂਦਾ ਹੈ। ਜਿਹੜੇ ਮਨਮੁਖ ਨੇ ਉਹ ਅੰਧਿਆਰੇ ਦੇ ਵਿੱਚ ਫਸੇ ਰਹਿੰਦੇ ਨੇ। ਅੱਗੇ ਪੌੜੀ ਹੈ, ਸੱਚ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿੱਜੈ। ਉਹ ਸੱਚ ਪਰਮੇਸ਼ਰ ਪ੍ਰਭੂ ਸੱਚਾ ਪੁਰਖ ਹੈ, ਉਹ ਸੱਚੇ ਦੀ ਸਿਫਤ ਸਲਾਹ ਜਿਹੜੀ ਹੈ ਉਹ ਕੌਣ ਕਰਦਾ ਹੈ? ਜਿਸ ਦਾ ਮਨ ਉਸ ਪ੍ਰਭੂ ਦੇ ਵਿੱਚ ਭਿੱਜ ਜਾਂਦਾ ਹੈ, ਜਿਸ ਦੀ ਜੋਤ ਪ੍ਰਭੂ ਦੀ ਜੋਤ ਸਮਾਉਂਦੀ ਹੈ, ਇੱਕਮਿਕ ਹੋ ਕੇ ਫਿਰ ਉਸ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ ਸੱਚੇ ਦੀ। ਜਿਨੀ ਇੱਕ ਮਨ ਇੱਕ ਅਰਾਧਿਆ ਤਿਨ ਕਾ ਕੰਧ ਨਾ ਕਬਹੂ ਛਿਜੈ। ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਅਰਾਧਦੇ ਨੇ ਪ੍ਰਭੂ ਨੂੰ, ਉਹ ਫਿਰ ਇੱਦਾਂ ਹੋ ਜਾਂਦੇ ਨੇ ਕਿ ਉਹਨਾਂ ਦੀ ਜਿਹੜੀ ਕੰਧ ਹੈ ਕੰਚਨ ਰੂਪੀ ਹੋ ਜਾਂਦੀ ਹੈ, ਜੋਤ ਪ੍ਰਗਟ ਹੋ ਜਾਂਦੀ ਹੈ। ਜਿਹੜੀ ਕੂੜ ਦੀ ਪਾਲ ਢਹਿ ਜਾਂਦੀ ਹੈ, ਫਿਰ ਉਹ ਕਦੇ ਵੀ ਸਿੱਝਦੀ ਨਹੀਂ ਹੈ, ਰੋਜ਼ ਨਵਾਂ ਹੈ। ਉਸ ਕੰਧ ਨੂੰ ਜਿਵੇਂ ਆਪਾਂ ਨੂੰ ਦੱਸਿਆ ਕਿ ਇੱਕ ਹਉਮੈ ਦੀ ਦੀਵਾਰ ਹੈ, ਜਦੋਂ ਹਉਮੈ ਦੀ ਦੀਵਾਰ ਟੁੱਟ ਜਾਂਦੀ ਹੈ ਫਿਰ ਉੱਥੇ ਹੀ ਸਾਡੀ ਜੋਤ ਪ੍ਰਗਟ ਹੋ ਜਾਂਦੀ ਹੈ, ਫਿਰ ਉਹ ਕੰਚਨ ਦੀ ਦੀਵਾਰ ਹੋ ਜਾਂਦੀ ਹੈ, ਜਿਹੜੀ ਕਦੇ ਸਿੱਝਦੀ ਨਹੀਂ, ਕਦੇ ਪੁਰਾਣੀ ਨਹੀਂ ਹੁੰਦੀ। ਜਦੋਂ ਵੀ ਦੇਖਾਂਗੇ ਨਿੱਤ ਹੀ ਉਹ ਨਵਾਂ ਪ੍ਰਕਾਸ਼ ਹੁੰਦਾ ਹੈ, ਹਰ ਰੋਜ਼ ਨਵੀਂ ਹੈ। ਧੰਨ ਧੰਨ ਪੁਰਖ ਸ਼ਾਬਾਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪੀਜੈ। ਫਿਰ ਸਮਝਾਉਂਦੇ ਨੇ ਕਿ ਧੰਨ ਧੰਨ ਨੇ ਉਹ ਪੁਰਖ, ਉਹਨਾਂ ਤੋਂ ਸ਼ਾਬਾਸ਼ ਹੈ ਜਿਨ੍ਹਾਂ ਦੀ ਰਸਨਾ ਉਸ ਸੱਚ ਦੇ ਵਿੱਚ, ਅੰਮ੍ਰਿਤ ਰਸ ਦੇ ਵਿੱਚ ਭਿੱਜਦੀ ਹੈ, ਅੰਮ੍ਰਿਤ ਰਸ ਨੂੰ ਪੀਂਦੀ ਹੈ। ਅੰਮ੍ਰਿਤ ਰਸ ਨੂੰ ਪੀਣਾ ਕੀ ਹੈ? ਕਿ ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ, ਗੁਰ ਦਾ ਗਿਆਨ, ਗੁਰ ਦੀ ਵਿਚਾਰ ਕਰਦੀ ਹੈ, ਗੁਰ ਦਾ ਗਿਆਨ ਦਿੰਦੀ ਹੈ, ਤੇ ਉਹ ਅੰਮ੍ਰਿਤ ਹੈ। ਕਿਉਂਕਿ ਅੰਮ੍ਰਿਤ ਕੀ ਹੈ? ਅੰਮ੍ਰਿਤ ਗੁਰ ਕਾ ਸ਼ਬਦ ਹੈ। ਅੰਮ੍ਰਿਤ ਇੱਕੋ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਇੱਕ ਸ਼ਬਦ ਹੈ, ਇੱਕ ਸੱਚਾ ਸ਼ਬਦ, ਇੱਕ ਸੱਚੀ ਸਿੱਖ, ਇੱਕ ਸੱਚੀ ਬਾਣੀ, ਇੱਕ ਸੱਚਾ ਉਪਦੇਸ਼। ਉਸ ਨੂੰ ਸੱਚਾ ਗਿਆਨ ਜੋ ਹੈ ਉਸੇ ਨੂੰ ਫਿਰ ਅੰਮ੍ਰਿਤ ਕਹਿ ਦਿੱਤਾ ਹੈ। ਅੰਮ੍ਰਿਤ ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਅੰਮ੍ਰਿਤ ਸਾਚੀ ਸਾਖੀ ਅੰਮ੍ਰਿਤ ਪਾਖੀ, ਤਿਤ ਮਨ ਮਾਨਿਆ ਮੇਰਾ।
ਸੱਚ ਸੱਚਾ ਜਿਨੀ ਮਨ ਭਾਵਦਾ, ਸੇ ਮਨ ਸੱਚੀ ਦਰਗਹਿ ਲੀਜੈ। ਹੁਣ ਉਹ ਸੱਚਾ ਹੈ ਪ੍ਰਭੂ, ਜਿਨ੍ਹਾਂ ਨੂੰ ਸੱਚ ਪਾ ਜਾਂਦਾ ਹੈ, ਜਿਨ੍ਹਾਂ ਦੇ ਮਨ ਨੂੰ, ਤੇ ਉਹ ਫਿਰ ਜਾ ਕੇ ਉਹਨਾਂ ਦੇ ਦਰਗਾਹ ਦੇ ਵਿੱਚ, ਸੱਚੀ ਦਰਗਾਹ ਦੇ ਵਿੱਚ ਉਹਨਾਂ ਦਾ ਵਾਸਾ ਹੋ ਜਾਂਦਾ ਹੈ। ਉਹਨਾਂ ਨੂੰ ਸੱਚੀ ਦਰਗਾਹ ਪ੍ਰਾਪਤ ਹੋ ਜਾਂਦੀ ਹੈ, ਜਿਨ੍ਹਾਂ ਦੇ ਮਨ ਨੂੰ ਇਹ ਪਾ ਜਾਂਦਾ ਹੈ, ਗੁਰ ਦਾ ਗਿਆਨ ਲੈ ਕੇ ਪਾ ਜਾਂਦਾ ਹੈ। ਕਿਉਂਕਿ ਜਿਹਨਾਂ ਨੂੰ ਸ਼ੰਕਾ ਹੈ ਜਾਂ ਜਿਨ੍ਹਾਂ ਨੂੰ ਇਹ ਭਾਉਂਦਾ ਨਹੀਂ ਹੈ, ਉਹ ਕਦੇ ਵੀ ਦਰਗਾਹ ਦੇ ਵਿੱਚ ਨਹੀਂ ਵਸ ਸਕਦੇ। ਜਿਨ੍ਹਾਂ 'ਤੇ ਦਇਆ ਕਰਦਾ ਹੈ ਉਹ ਗੁਰ ਦਾ ਗਿਆਨ ਲੈਂਦੇ ਵੀ ਨੇ, ਤੇ ਫਿਰ ਉਸ ਦੇ ਨਾਲ ਪਿਆਰ ਵੀ ਕਰਦੇ ਨੇ, ਤੇ ਫਿਰ ਉਹਨਾਂ ਦਾ ਵਾਸਾ ਦਰਗਾਹ ਵਿੱਚ ਹੁੰਦਾ ਹੈ। ਧਨ ਧਨ ਜਨਮ ਸਚਿਆਰਿਆ, ਮੁਖ ਉਜਲ ਸੱਚ ਕਰੀਜੈ। ਸਮਝਾਉਂਦੇ ਨੇ ਵੀ ਧਨ ਧਨ ਹੈ ਉਹਨਾਂ ਸਚਿਆਰਿਆਂ ਦਾ ਜਨਮ, ਜਿਨ੍ਹਾਂ ਦੇ ਮੁਖ ਉਜਲ ਹੁੰਦੇ ਨੇ। ਕੌਣ ਕਰਾਉਂਦਾ ਹੈ? ਆਪ ਪ੍ਰਭੂ, ਜਿਨ੍ਹਾਂ ਦੇ ਮੁਖ ਉਜਲ ਕਰ ਦਿੰਦਾ ਹੈ। ਪਰ ਉਹੀ ਜਿਹੜੇ ਗਿਆਨ ਨੂੰ ਸੁਣ ਕੇ ਮੰਨ ਕੇ ਚੱਲਦੇ ਨੇ, ਉਹਨਾਂ ਦੇ ਮੁਖ ਉਜਲ ਕਰ ਦਿੰਦਾ ਹੈ ਪ੍ਰਭੂ। ਤੇ ਆ ਕੇ ਮੁਖ ਉਜਲ ਹੋ ਜਾਂਦੇ ਨੇ। ਜਦੋਂ ਮੁਖ ਉਜਲ ਹੋ ਜਾਂਦੇ ਨੇ, ਫਿਰ ਉਹ ਪ੍ਰਭੂ ਨੂੰ ਪਾਉਂਦੇ ਨੇ। ਜਾਂ ਜਿਹੜੇ ਪ੍ਰਭੂ ਨੂੰ ਪਾ ਜਾਂਦੇ ਨੇ, ਉਹਨਾਂ ਦਾ ਪ੍ਰਭੂ ਮੁਖ ਉਜਲ ਕਰ ਦਿੰਦਾ ਹੈ, ਉਹਨਾਂ ਨੂੰ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ। ਇੱਥੇ ਤੱਕ 20 ਪੌੜੀਆਂ ਆਪਾਂ ਵਿਚਾਰੀਆਂ ਹਨ। ਆਓ ਅੱਗੇ ਫਿਰ ਸਲੋਕ ਹੈ ਮਹੱਲੇ ਚੌਥੇ ਦਾ। ਸਾਕਤ ਜਾਏ ਨਿਵਹਿ ਗੁਰ ਆਗੈ, ਮਨ ਖੋਟੇ ਕੂੜ ਕੁੜਿਆਰੇ। ਜਿਹੜੇ ਸਾਕਤ ਨੇ ਉਹ ਵੀ ਜਾ ਕੇ ਗੁਰ ਦੇ ਅੱਗੇ ਨਿਭਦੇ ਨੇ, ਪਰ ਉਹਨਾਂ ਦੇ ਅੰਦਰ ਖੋਟ ਹੈ, ਬਾਹਰੋਂ ਦਿਖਾਵਾ ਹੈ ਨਿਭਣ ਦਾ। ਮਨ ਖੋਟੇ ਨੇ, ਕੂੜ ਨੇ, ਕੁੜਿਆਰੇ ਨੇ, ਕੂੜ ਦੇ ਨਾਲ ਜੁੜੇ ਨੇ, ਝੂਠੇ ਨੇ। ਸੱਚੇ ਮਨ ਦੇ ਨਾਲ, ਸੱਚ ਨਾਲ ਨਹੀਂ ਜੁੜਦੇ, ਸਿਰਫ ਨਿਭਦੇ ਹੀ ਦਿਸਦੇ ਨੇ, ਅੰਦਰ ਕਪਟ ਹੁੰਦਾ ਹੈ। ਜਾ ਗੁਰ ਕਹੇ ਉੱਠੋ ਮੇਰੇ ਭਾਈ, ਬਹਿ ਜਾਏ ਕੁਸਰ ਬਬੁਲਾਰੇ। ਜਦੋਂ ਫਿਰ ਗੁਰ ਕਹਿੰਦਾ ਹੈ ਕਿ ਆਓ ਉੱਠੋ, ਧਿਆਨ ਲਗਾਈਏ, ਤੇ ਉਦੋਂ ਫਿਰ ਬੰਗਲੇ ਦੀ ਤਰ੍ਹਾਂ ਉਹ ਕੁਸਰ ਕੁਸਰ ਕਰਦੇ ਨੇ, ਪਰ ਧਿਆਨ ਨਹੀਂ ਲਾਉਂਦੇ। ਉਹਨਾਂ ਦੇ ਅੰਦਰ ਖਲਬਲੀ ਮਚ ਜਾਂਦੀ ਹੈ, ਅੱਖਾਂ ਵੀ ਮੀਚਦੇ ਨੇ, ਲੇਕਿਨ ਪਿਆਰ ਦੇ ਨਾਲ ਨਹੀਂ ਕਰਦੇ। ਬੰਗਲੇ ਦੀ ਨਿਆਈ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਦੋ ਬਾਰੇ। ਜਿਹੜੇ ਗੁਰਸਿੱਖ ਨੇ, ਉਹਨਾਂ ਦੇ ਅੰਦਰ ਆਪ ਸਤਿਗੁਰ ਵਸਦਾ ਹੈ। ਇਸ ਕਰਕੇ ਉਹ ਚੁਣ ਲੈਂਦਾ ਹੈ, ਕੱਢ ਲੈਂਦਾ ਹੈ। ਜਿਹੜੇ ਉਸ ਨੂੰ ਪਾਉਂਦੇ ਨੇ ਉਹਨਾਂ ਨੂੰ ਕੱਢ ਲੈਂਦਾ ਹੈ। ਜਿਹੜੇ ਬੰਗਲੇ ਦੀ ਨਿਆਈ ਹੁੰਦੇ ਨੇ, ਉਹਨਾਂ ਨੂੰ ਆਪੇ ਤੋਂ ਵਿਛੋੜ ਦਿੰਦਾ ਹੈ, ਕਿਉਂਕਿ ਉਹਨਾਂ ਨੂੰ ਮਿਲ ਨਹੀਂ ਦਿੰਦਾ। ਉਹਨਾਂ ਦੇ ਅੰਦਰ ਪਿਆਰ ਨਹੀਂ ਹੈ, ਉਹਨਾਂ ਦੇ ਅੰਦਰ ਸੱਚੀ ਸ਼ਰਧਾ ਨਹੀਂ ਹੈ। ਉਹ ਅੱਗੇ ਪਿੱਛੇ ਬੈ ਮੂੰਹ ਛਪਾਇਨ, ਨਾ ਰਲਣੀ ਖੁਟਿਆਰੇ। ਤੇ ਸਮਝਾਉਂਦੇ ਨੇ ਕਿ ਉਹ ਅੱਗੇ ਪਿੱਛੇ ਬੈਠ ਕੇ ਆਪਣਾ ਮੂੰਹ ਛਪਾਉਂਦੇ ਰਹਿੰਦੇ ਨੇ। ਉਹ ਖੋਟੇ ਨੇ, ਉਹ ਰਲਦੇ ਨਹੀਂ ਹਨ। ਗੁਰਸਿੱਖਾਂ ਦੇ ਵਿੱਚ ਉਹ ਨਹੀਂ ਰਲਦੇ। ਉਹਨਾਂ ਦਾ ਪੱਖ ਸੋ ਉਥੈ ਨਾਹੀ, ਜਾਏ ਕੂੜ ਲੈਣ ਪੇਡਾਰੇ। ਕਿਉਂਕਿ ਉਹਨਾਂ ਦਾ ਪੱਥ, ਉਹਨਾਂ ਦੀ ਵਸਤੂ ਉੱਥੇ ਨਹੀਂ ਹੈ। ਉੱਥੇ ਸੱਚ ਵਰਤਦਾ ਹੈ, ਸੱਚ ਦੀ ਸਿਫਤ ਸਲਾਹ ਹੈ, ਸੱਚ ਦੀ ਗੱਲ ਹੈ। ਤੇ ਉਹ ਕੁੜਿਆਰ ਨੇ, ਉਹ ਸਿਰਫ ਨਿਭਦੇ ਨੇ, ਪਰ ਉਹ ਸੁਣਨਾ ਨਹੀਂ ਚਾਹੁੰਦੇ। ਇਸ ਕਰਕੇ ਸਮਝਾਉਂਦੇ ਨੇ ਕਿ ਉਹ ਫਿਰ ਕਿੱਧਰ ਜਾਂਦੇ ਨੇ? ਜਿੱਧਰ ਭੀੜਾਂ ਲੱਗੀਆਂ ਹੁੰਦੀਆਂ ਨੇ। ਕਿਉਂਕਿ ਕੂੜ ਦੀਆਂ ਭੀੜਾਂ ਲੱਗਦੀਆਂ ਨੇ, ਸੱਚ ਦੇ ਵਾਸਤੇ ਵਿਰਲੇ ਹੁੰਦੇ ਨੇ। ਇੱਕ ਗੱਲਾਂ ਵਾਲੇ ਹੁੰਦੇ ਨੇ, ਇੱਕ ਅਵਕਟ ਘਾਟੀ ਚੜ੍ਹਨ ਵਾਲੇ ਹੁੰਦੇ ਨੇ। ਜਿੱਥੇ ਪ੍ਰਭੂ ਵਸਦਾ ਸਾਡੇ ਅੰਦਰ, ਉਸ ਨੂੰ ਅਵਕਟ ਘਾਟੀ ਵੀ ਕਿਹਾ ਹੈ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਜਿੱਧਰ ਨੂੰ ਪੰਡਤ ਲੋਕ, ਪੰਡਤ ਹੁੰਦਾ ਵਿਦਵਾਨ ਲੋਕ, ਚੱਲਦੇ ਨੇ, ਉੱਧਰ ਨੂੰ ਬਹੀਰਾਂ ਚੱਲ ਪੈਂਦੀਆਂ ਨੇ। ਪਰ
ਜਿਹੜੀ ਸਾਡਾ ਮਾਰਗ ਹੈ ਅਵਕਟ ਘਾਟੀ ਦਾ, ਉਹ ਵਿਰਲੇ ਵਿਰਲੇ ਚੱਲਦੇ ਨੇ। ਜਿਵੇਂ ਬਾਬਾ ਕਬੀਰ ਜੀ ਉਸ ਅਵਕਟ ਘਾਟੀ ਨੂੰ ਚੜ੍ਹੇ, ਪਰ ਉਹਨਾਂ ਦੇ ਸੰਗੀ ਸਾਥੀ ਬਹੁਤੇ ਨਹੀਂ ਸਨ। ਪਰ ਜਿਹੜੇ ਵਿਦਵਾਨ ਸੀ, ਪੰਡਤ ਸੀ, ਉਹਨਾਂ ਦੇ ਪਿੱਛੇ ਬਹੀਰਾਂ ਲੱਗੀਆਂ ਸੀ। ਜਿਹਨੂੰ ਸਮਝਾਉਂਦੇ ਨੇ ਬਾਬਾ ਕਬੀਰ ਜੀ, ਜਿਹੇ ਮਾਰਗ ਪੰਡਤ ਗਏ ਪਾਛੈ ਭਈ ਬਹੀਰ, ਇੱਕ ਅਵਕਟ ਘਾਟੀ ਰਾਮ ਕੀਤੇ ਚੜ੍ਹ ਰਿਓ ਕਬੀਰ। ਇਸ ਕਰਕੇ ਸਮਝਾਉਂਦੇ ਨੇ ਵੀ ਜਿਹੜੇ ਝੂਠੇ ਨੇ ਉਹਨਾਂ ਦਾ ਉੱਥੇ ਵਸਤੂ ਨਹੀਂ, ਉਹਨਾਂ ਦਾ ਉੱਥੇ ਪੱਖ ਨਹੀਂ ਹੈ। ਉਹ ਨਹੀਂ ਸੁਣਨਾ ਉੱਥੇ ਉਹ ਨਹੀਂ ਕਿਹਾ ਜਾਂਦਾ ਜਿਹੜਾ ਉਹ ਸੁਣਨਾ ਚਾਹੁੰਦੇ ਨੇ। ਜਾਏ ਕੂੜ ਲਹਿਣ ਭੇਡਾਰੇ, ਇਸ ਕਰਕੇ ਉਹ ਕੂੜ ਦੇ ਪਾਸੇ ਚੱਲਦੇ ਨੇ, ਜਿੱਥੇ ਭੇਡਾਂ ਦੀ ਤਰ੍ਹਾਂ ਜੀਵ ਤੁਰੇ ਜਾਂਦੇ ਨੇ। ਕੁਛ ਸੋਚਦੇ ਨਹੀਂ, ਵਿਚਾਰਦੇ ਨਹੀਂ ਹਨ। ਜਿਵੇਂ ਭੇਡਾਂ ਨੇ, ਇੱਕ ਭੇਡ ਅੱਗੇ ਹੁੰਦੀ ਹੈ, ਦੂਜੀਆਂ ਉਸ ਦੇ ਪਿੱਛੇ ਚੱਲਦੀਆਂ ਨੇ, ਨੀਵੀਂ ਪਾ ਲੈਂਦੀਆਂ ਨੇ। ਭੇਡਾਂ ਦੇ ਅੱਗੇ ਉਹਨਾਂ ਦਾ ਹਾਜ਼ਰੀ ਚੱਲਦਾ ਹੈ, ਜੋ ਉਹਨਾਂ ਨੂੰ ਸੁਚੇਤ ਕਰਦਾ ਹੈ, ਉੱਧਰ ਉੱਧਰ ਕਰਦਾ ਹੈ। ਨਹੀਂ, ਭੇਡਾਂ ਤਾਂ ਨੀਵੀਂ ਪਾ ਕੇ ਇੱਕ ਦੂਜੇ ਦੇ ਪਿੱਛੇ ਚੱਲਦੀਆਂ ਨੇ। ਜੇ ਇੱਕ ਭੇਡ ਖੂਹ ਵਿੱਚ ਡਿੱਗ ਪਵੇ, ਸਾਰੀਆਂ ਉਸ ਦੇ ਪਿੱਛੇ ਪਿੱਛੇ ਡਿੱਗ ਪੈਣਗੀਆਂ। ਇੱਦਾਂ ਹੀ ਐਸੇ ਲੋਕ ਜਿਹੜੇ ਕੁੜਿਆਰ ਨੇ, ਸੱਚ ਨਹੀਂ ਸੁਣ ਸਕਦੇ, ਭੇਡਾਂ ਦੀ ਤਰ੍ਹਾਂ ਨੇ। ਆਪਣਾ ਵਿਚਾਰ ਨਹੀਂ, ਆਪਣੀ ਮੱਤ ਨਹੀਂ ਵਰਤਦੇ, ਜਾਂ ਗੁਰ ਦੀ ਮੱਤ ਨਹੀਂ ਲੈਂਦੇ, ਦੇਖਾ ਦੇਖੀ ਕਰਦੇ ਨੇ। ਜੇ ਸਾਕਤ ਨਰ ਖਵਾਈਐ ਲੋਚੀਐ, ਬਿਖ ਕੱਢੈ ਮੁਖ ਉਗਲਾਰੈ। ਐਸੇ ਸਾਖਤ ਨਰਾਂ ਨੂੰ, ਜਿਨ੍ਹਾਂ ਦੇ ਅੰਦਰ ਚਾਅ ਨਹੀਂ ਹੈ, ਜਿਨ੍ਹਾਂ ਦੇ ਅੰਦਰ ਵਿਸ਼ਵਾਸ ਨਹੀਂ ਹੈ, ਸ਼ਰਧਾ ਨਹੀਂ ਹੈ, ਜਿਹੜੇ ਇੱਕ ਬਾਹਰੋਂ ਦਿਖਾਵਾ ਹੀ ਕਰਦੇ ਨੇ, ਤੇ ਐਸੇ ਜੀਵਾਂ ਨੂੰ ਜੇ ਅਸੀਂ ਗਿਆਨ ਦੇਣਾ ਵੀ ਚਾਹੀਏ, ਜਿਵੇਂ ਜੇ ਕਾਂ ਨੂੰ ਅੰਮ੍ਰਿਤ ਪਾਉਣਾ ਚਾਹੀਏ, ਤੇ ਉਸ ਨਾਲ ਗੰਦਗੀ ਹੀ ਛਕਣੀ ਹੈ, ਅੰਮ੍ਰਿਤ ਨਹੀਂ ਪੀ ਸਕਦਾ। ਇੱਦਾਂ ਜੇ ਸਾਖਤ ਨਰਾਂ ਨੂੰ ਕੁਛ ਗਿਆਨ ਦੇਣਾ ਵੀ ਚਾਹੀਏ, ਤੇ ਉਹਨਾਂ ਦੇ ਮੂੰਹੋਂ ਮਾੜੇ ਬਚਨ ਹੀ ਨਿਕਲਦੇ ਨੇ, ਉਹ ਕੂੜ ਹੀ ਉਗਲਦੇ ਨੇ, ਸੱਚ ਦਾ ਗਿਆਨ ਨਹੀਂ ਲੈ ਸਕਦੇ। ਹਰ ਸਾਖਤ ਛੇਤੀ ਸੰਗ ਨਾ ਕਰਿਓ, ਉਹ ਮਾਰੇ ਸਿਰਜਣਹਾਰੇ। ਤੇ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਸਾਖਤਾਂ ਦਾ ਸੰਗ ਨਾ ਕਰਿਓ ਭਾਈ, ਕਿਉਂਕਿ ਉਸ ਪ੍ਰਭੂ ਸਿਰਜਣਹਾਰ ਨੇ ਉਹਨਾਂ ਨੂੰ ਆਪ ਮਾਰਿਆ ਹੈ, ਆਪ ਵਿਛੋੜਿਆ ਹੈ। ਇਸ ਕਰਕੇ ਉਹ ਪ੍ਰਭੂ ਦੀ ਗੱਲ ਨਹੀਂ ਕਰ ਸਕਦੇ। ਐਸੇ ਜੀਵਾਂ ਦਾ ਸੰਗ ਨਾ ਕਰਿਓ, ਕਿਉਂਕਿ ਜੇ ਸੰਗ ਕਰਾਂਗੇ ਤਾਂ ਫਿਰ ਕਾਲਖ ਸਾਨੂੰ ਵੀ ਲੱਗੇਗੀ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰਨ ਪਰਸੀਐ, ਤਾਂ ਕਿਛ ਲਾਗੈ ਦਾਗ। ਜੇ ਉਹਦਾ ਸੰਗ ਕਰਾਂਗੇ, ਕੁਛ ਨਾ ਕੁਛ ਦਾਗ ਲੱਗ ਜਾਏਗਾ। ਜਿਸ ਕਾ ਇਹ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਜਨ ਤਾਂ ਉਸ ਦੇ ਨਾਮ ਨੂੰ ਸਮਾਰਦਾ ਹੈ, ਪਰ ਜਿਸ ਦਾ ਇਹ ਖੇਲ ਹੈ, ਆਪ ਹੀ ਇਹ ਖੇਲ ਨੂੰ ਦੇਖਦਾ ਹੈ ਕਿ ਕੌਣ ਜੀਵ ਹੈ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ, ਕੌਣ ਸੰਗਤ 'ਚ ਆ ਕੇ ਉਸ ਨੂੰ ਮਿਲਣ ਦੀ ਲੋਚਾ ਰੱਖਦਾ ਹੈ, ਤੇ ਕੌਣ ਝੂਠੀ ਮੁੱਠੀ ਸੰਗਤ ਵਿੱਚ ਆਉਂਦਾ ਹੈ। ਕੁਛ ਦੇਖਣ ਨੂੰ ਆਉਂਦਾ ਹੈ ਵੀ ਇੱਥੇ ਕੀ ਹੁੰਦਾ ਹੈ, ਕਿਉਂਕਿ ਪ੍ਰਭੂ ਨੂੰ ਮਿਲਣ ਦੇ ਵਾਸਤੇ ਬਿਰਲੇ ਆਉਂਦੇ ਨੇ, ਤੇ ਉਹਨਾਂ ਨੂੰ ਪ੍ਰਭੂ ਆਪ ਮਿਲਾ ਲੈਂਦਾ ਹੈ। ਅੱਗੇ ਫਿਰ ਸ਼ਲੋਕ ਮਹੱਲਾ ਚੌਥਾ। ਮਹੱਲੇ ਚੌਥੇ ਦਾ ਸ਼ਲੋਕ ਹੈ। ਸਤਿਗੁਰ ਪੁਰਖ ਅਗਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਸਤਿਗੁਰ ਪੁਰਖ ਹੈ, ਉਹ ਅਗਮ ਹੈ, ਉਹ ਬੇਅੰਤ ਹੈ, ਉਸ ਦਾ ਕੋਈ ਪਾਰਾਵਾਰ ਨਹੀਂ ਹੈ। ਪਰ ਜਿਨ੍ਹਾਂ ਦੇ ਅੰਦਰ ਕਿਰਪਾ ਕਰਦਾ ਹੈ, ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਅੰਦਰ ਕੀ, ਸਰੀਰ ਨਹੀਂ, ਦਸਵੇਂ ਦੁਆਰ ਦੇ ਵਿੱਚ, ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉਹ ਪ੍ਰਭੂ ਸਤਿਗੁਰ। ਸਤਿਗੁਰੂ ਅਗੰਮ ਪੁਰਖ ਹੈ, ਜਿਸਨੇ ਹਿਰਦੇ ਵਿੱਚ। ਸਤਿਗੁਰੂ ਨੂੰ ਆਪੜ ਕੋਈ ਨਾ ਸਕਈ, ਜਿਸ ਵੱਲ ਸਿਰਜਣ
हारिया। हुण ऐसे जीवां तक होर कोई नहीं अपड़ सकदा, क्योंकि उस नूं आप प्रभु सिरजनहार ने उस अवस्था दे विच लैके आंदा है जिथे कोई अपने आप नहीं उपड़ सकदा। उन्हां नूं अपने विच समा लिया है ते आप उन्हां दे हिरदे दे विच प्रगट रूप विच वसदा है। वसदा सारियां दे है, लेकिन दूजियां दे गुप्त है ते गुरमुखां दे प्रगट हो जाता है। सतगुरु का खड़ग संजो हर भगत है, जित काल कंटक मार बिडारिया। सतगुर दे कोल जिहड़ा खड़ग है, जिहड़ा शस्त्र है, हथियार है, वो है संजोग प्रभु दे नाल, उसकी भगती करनी, जिहदे नाल काल कंटक जिहड़ा है वो मर जाता है। जित काल कंटक मार बेडारिया, क्योंकि वो ज्ञान देंदा है प्रभु दे नाल संजोग दा, गुर दे नाल संजोग दा, जिहदे नाल फिर काल कंटक दा नाश हो जाता है, परम दूर हो जाता है। क्योंकि गुर ने काल कंटक नूं मारना है, तां जाके किते आप हिरदे दे विच वसदा है। फिर ये शब्द का ज्ञान देंदा है, जिसनूं गुरबाणी दे विच पंच शब्द कहते हैं। पंच शब्द है कि जो शब्द दरगाह दे विच प्रवान है, जिसनूं आपां पढ़दे हां, बाजे पंच शब्द तित घर सुभागे। आनंद साहब की बाणी है, रोज़ पढ़ते हाँ। बाजे पंच शब्द तित घर सुभागे, घर सुभागे शब्द बाजे, कला जित घर धारिया, पंच दूत तुद वस कीते, काल कंटक मारिया। तुर कर्म पाया तुद जिन को, से नाम हर कै लागे, कह नानक तह सुख होआ, तित कर अनहद बाजे। ਇਹਦਾ फिर ਉਹ संजो है ਜਿਹੜਾ काल कंटक ਨੂੰ मारदा है। ये शस्त्र है सतगुरु का। सतगुरु का रखनहारा हर आप है, सतगुरु के पीछे हर सब उबारिया। सतगुरु का रखण वाला कौन है? हरि आप, उसका राखा आप है, ते उस दे नाल जोड़ के जीवां नूं सब नूं उबार लैंदा है। जिन्हां ते खुश हुंदा है उन्हां नूं आप उबारदा है। पर उबारदा किवें है? अपने जनां द्वारा अपना ज्ञान दे के। जो मंदा चितवै पूरे सतगुरु का, जेड़ा मंदा चितवदा है उस दे बारे विच, पूरे सतगुरु दे बारे जो मंदा चितवदा है, सो आप उपावन हारै मारिया। उसनूं आप प्रभु मारदा है। उन्हां दा मन कदे भी जो जीवन दे विच नहीं आउंदा, उन्हां दी जोत प्रगट नहीं हुंदी, उन्हां नूं मन दा ज्ञान नहीं हुंदा, जेड़े मंदा चितवदे ने सतगुरु दा। यह गल होवे हर दरगाह सच्चे की, जन नानक अगाम विचारिया। भी ये कोई संसारी गल्लां नहीं है, ये उस सच्ची दरगाह दीयां गल्लां ने, अगम दीयां गल्लां ने, जिन्हां नूं खुश हुंदा है, ये ज्ञान करवाउंदा है, उन्हां नूं ये सोझी है, ते वो प्रभु दे ये विचार नूं करदे ने, अगम दी विचार वो करते ने। पर ये गल्लां संसार दीयां नहीं हन, ये हरि दी दरगाह दीयां गल्लां ने, सच्ची गल दरगाह दीयां गल्लां ने। जेड़े उस ते जान ही ये विचार सकते ने कि किवें उत्थे जांदे ने जीव, किवें आपां जुड़ना है, सतगुरु की है, ते वो खड़ग की है, शस्त्र की है, नाम जिसनूं नाम भी कह देता है, प्रभु की भगती भी कह देता है। अगे पौड़ी है, सच सुत्या जिन्हें राध्या, जां उठे तां सच
ਚਵੇ। ਸੁੱਤੇ ਵੀ ਆਰਾਧਦੇ ਨੇ, ਇੱਕ ਤਨ ਸੌਂਦਾ ਹੈ, ਇੱਕ ਮਨ ਸੌਂਦਾ ਹੈ। ਜਦੋਂ ਮਨ ਸੁੱਤਾ ਹੈ, ਕਿਉਂਕਿ ਮਨ ਸੁੱਤਾ ਹੀ ਹੁੰਦਾ ਹੈ ਪਹਿਲਾਂ, ਜਦੋਂ ਫਿਰ ਆਰਾਧਨਾ ਸ਼ੁਰੂ ਕਰਦਾ ਹੈ, ਸੰਗਤ 'ਚ ਜਾਂਦਾ ਹੈ, ਗਿਆਨ ਲੈਂਦਾ ਹੈ, ਗੁਰ ਲੈਂਦਾ ਹੈ। ਫਿਰ ਜਦੋਂ ਗੁਰ ਦਾ ਗਿਆਨ ਲੈਂਦਾ ਹੈ, ਫਿਰ ਮਨ ਜਾਗਦਾ ਹੈ, ਫਿਰ ਵੀ ਉਸ ਨੂੰ ਆਰਾਧਦਾ ਹੈ। ਸੇ ਬਿਰਲੇ ਜੁਗ ਮੈਂ ਜਾਣੀਐ, ਜੋ ਗੁਰਮੁਖ ਸੱਚ ਰਵੇ। ਇਹ ਵਿਰਲੇ ਨੇ ਗੁਰਮੁਖ ਜਿਹੜੇ ਯੁੱਗ ਦੇ ਵਿੱਚ, ਇਸ ਕਲਯੁਗ ਦੇ ਵਿੱਚ, ਜਿਨ੍ਹਾਂ ਨੇ ਸੱਚ ਨੂੰ ਰਵਿਆ ਹੈ। ਪਹਿਲਾਂ ਗਿਆਨ ਲਿਆ, ਦਇਆ ਹੁੰਦੀ ਹੈ, ਜੀਵ ਆਉਂਦਾ ਹੈ ਸੰਗਤ ਦੇ ਵਿੱਚ, ਅਤੇ ਫਿਰ ਉਹ ਗੁਰ ਦਾ ਗਿਆਨ ਲੈਂਦਾ ਹੈ। ਫਿਰ ਮਨ ਗੁਰ ਨੂੰ ਆਰਾਧ ਕੇ ਜਾਗਦਾ ਹੈ, ਪਰ ਜਾਗਣ ਤੋਂ ਬਾਅਦ ਫਿਰ ਉਸ ਗੁਰ ਦੇ ਨਾਲ ਪਿਆਰ ਪੈ ਜਾਂਦਾ ਹੈ, ਪ੍ਰਭੂ ਦੇ ਨਾਲ ਪਿਆਰ ਪੈ ਜਾਂਦਾ ਹੈ, ਸੱਚ ਨੂੰ ਰਵਣਾ ਸ਼ੁਰੂ ਕਰ ਦਿੰਦਾ ਹੈ। ਹਉ ਬਲਿਹਾਰੀ ਤਿਨ ਕੋ, ਜੇ ਅਨਦਿਨ ਸੱਚ ਲਵੇ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਉਹਨਾਂ ਤੋਂ ਬਲਿਹਾਰੇ ਜਾਂਦੇ ਹਨ ਜਿਹੜੇ ਹਰ ਰੋਜ਼ ਸੱਚ ਨੂੰ ਪ੍ਰਾਪਤ ਕਰਦੇ ਨੇ, ਸੱਚ ਦੇ ਨਾਲ ਜੁੜਦੇ ਨੇ, ਸੱਚ ਨੂੰ ਰਵਦੇ ਨੇ। ਜਿਨੀ ਮਨ ਧਨ ਸੱਚਾ ਭਾਵਦਾ, ਸੇ ਸੱਚੀ ਦਰਗਾਹ ਗਵੇ। ਜਿਨ੍ਹਾਂ ਦੇ ਮਨ ਨੂੰ ਸੱਚਾ ਪਾ ਜਾਂਦਾ ਹੈ, ਫਿਰ ਤਨ ਵੀ ਪ੍ਰਵਾਨ ਹੋ ਜਾਂਦਾ ਹੈ, ਤਨ ਨੂੰ ਵੀ ਪਾਉਂਦਾ ਹੈ। ਉਹ ਫਿਰ ਸੱਚੀ ਦਰਗਾਹ ਦੇ ਵਿੱਚ ਦੇ ਵਾਸੀ ਹੋ ਜਾਂਦੇ ਨੇ, ਸੱਚੀ ਦਰਗਾਹ ਦੇ ਵਿੱਚ ਆਉਣਾ ਜਾਣਾ ਹੋ ਜਾਂਦਾ ਹੈ। ਚਾਹੁਣ ਉੱਥੇ ਰਹਿਣ, ਚਾਹੁਣ ਸੰਸਾਰ 'ਚ ਆਉਣ, ਫਿਰ ਪ੍ਰਭੂ ਉਹਨਾਂ ਦੀ ਇੱਛਾ 'ਤੇ ਕਰਦਾ ਹੈ। ਲੇਕਿਨ ਜਿੰਨੀ ਦੇਰ ਸਰੀਰ ਹੈ, ਸੰਸਾਰ 'ਚ ਵੀ ਆਉਣਾ ਪੈਂਦਾ ਹੈ, ਲੇਕਿਨ ਹਰ ਸਮੇਂ ਆਪਾਂ ਉਸ ਦੇ ਵਿੱਚ ਵੀ ਵਸ ਸਕਦੇ ਹਾਂ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਜਨ ਨੇ, ਜਿਵੇਂ ਗੁਰੂ ਨਾਨਕ ਸਾਹਿਬ ਇੱਥੇ ਪੰਜਵੇਂ ਚੌਥੇ ਪਾਤਸ਼ਾਹ ਦੀ ਆਪਾਂ ਵਿਚਾਰ ਕਰਦੇ ਹਾਂ, ਕਿਉਂਕਿ ਕਿਸੇ ਨੇ ਵੀ ਆਪਣਾ ਨਾਮ ਨਹੀਂ ਲਿਖਿਆ, ਨਾਨਕ ਹੀ ਲਿਖਿਆ ਹੈ। ਸਾਰੀ ਬਾਣੀ ਦੇ ਵਿੱਚ ਆਪਾਂ ਵਿਚਾਰਾਂਗੇ, ਨਾਨਕ ਪਦ ਹੀ ਆਉਂਦਾ ਹੈ, ਨਾਨਕ ਹੀ ਆਉਂਦਾ ਹੈ, ਕਿਉਂਕਿ ਉੱਥੇ ਸਾਰੇ ਜਦੋਂ ਪ੍ਰਕਾਸ਼ ਰੂਪ ਹੋ ਜਾਂਦੇ, ਜੋਤ ਰੂਪ ਹੋ ਜਾਂਦੇ ਹਾਂ, ਉੱਥੇ ਇੱਕ ਹੀ ਅਵਸਥਾ ਹੈ, ਕਿਉਂਕਿ ਉਹੀ ਜੋਤ ਪ੍ਰਗਟ ਹੋ ਜਾਂਦੀ ਹੈ ਜਿਹੜੀ ਸਾਰਿਆਂ ਦੇ ਵਿੱਚ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਦੋਂ ਜੋਤ ਪ੍ਰਗਟ ਹੋ ਜਾਂਦੀ ਹੈ, ਉਸ ਦੁਆਰਾ ਸਾਡੇ ਅੰਦਰ ਫਿਰ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਪਰ ਉਹ ਜੋਤ ਪ੍ਰਗਟ ਹੁੰਦੀ ਹੈ ਗੁਰ ਦੀ ਸਾਖੀ ਦੁਆਰਾ, ਗੁਰ ਸਾਖੀ ਜੋਤ ਪ੍ਰਗਟ ਹੋਏ। ਇੱਦਾਂ ਫਿਰ ਸੱਚ ਨੂੰ ਰਵਦੇ ਨੇ। ਸੱਚ ਰੋਜ਼ ਨਵਾਂ ਹੈ, ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਸੱਚ ਮੈਲਾ ਨਹੀਂ ਹੁੰਦਾ। ਇਸ ਕਰਕੇ ਸਾਹਿਬ ਮੇਰਾ ਨੀਤ ਨਵਾਂ। ਅੱਗੇ ਫਿਰ ਸਲੋਕ ਹੈ ਮਹੱਲੇ ਚੌਥੇ ਦਾ, 21 ਪੌੜੀਆਂ ਤੱਕ ਆਪਾਂ ਵਿਚਾਰ ਕੀਤੀ ਹੈ। ਆਓ 22ਵੀਂ ਪੌੜੀ ਦੇ ਸਲੋਕ ਦੀ ਆਪਾਂ ਵਿਚਾਰ ਕਰਦੇ ਹਾਂ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਜਦੋਂ ਗੁਰਮੁਖ ਹੋ ਜਾਂਦਾ ਹੈ, ਸੋਝੀ ਹੋ ਜਾਂਦੀ ਹੈ, ਮਨ ਦਾ ਸਵਣਾ ਕੀ ਹੈ? ਤ੍ਰੈ ਗੁਣਾ ਦੇ ਵਿੱਚ ਜਾਣਾ। ਜਾਗਣਾ ਕੀ ਹੈ? ਚੌਥੇ ਪਦ ਵਿੱਚ ਰਵਣਾ। ਪਰ ਜਦੋਂ ਗੁਰਮੁਖ ਅਵਸਥਾ ਹੋ ਜਾਂਦੀ ਹੈ, ਉੱਥੇ ਫਿਰ ਤ੍ਰੈ ਗੁਣ ਵੀ ਉਸ ਦੇ ਨਜ਼ਰ ਆਉਂਦੇ ਨੇ। ਇਸ ਕਰਕੇ ਚਾਹੇ ਮਨ ਤ੍ਰੈ ਗੁਣਾ ਵਿੱਚ ਹੈ, ਚਾਹੇ ਚੌਥੇ ਪਦ ਵਿੱਚ ਹੈ, ਕਿਉਂਕਿ ਤ੍ਰੈ ਗੁਣ ਵੀ ਉਸ ਪ੍ਰਭੂ ਦੇ ਨੇ, ਸਾਰਾ ਕੁਛ ਉਸੇ ਦਾ ਪੈਦਾ ਕੀਤਾ ਹੈ। ਉਦੋਂ ਫਿਰ ਮਨ ਪ੍ਰਵਾਨ ਹੋ ਜਾਂਦਾ ਹੈ। ਇਸ ਕਰਕੇ ਉਹ ਸਦਾ ਪ੍ਰਵਾਨ ਹੈ, ਚਾਹੇ ਉਹ ਤ੍ਰੈ ਗੁਣਾਂ ਦੇ ਵਿੱਚ ਧਿਆਨ ਵਿਚਰਦਾ ਹੈ। ਤ੍ਰੈ ਗੁਣ ਕੀ ਹੈ? ਦ੍ਰਿਸ਼ਟਮਾਨ। ਚਾਹੇ ਉਹ ਦ੍ਰਿਸ਼ਟਮਾਨ ਨੂੰ ਦੇਖਦਾ ਹੈ, ਦ੍ਰਿਸ਼ਟਮਾਨ ਦੀ ਵਿਚਾਰ ਕਰਦਾ ਹੈ, ਚਾਹੇ ਉਹ ਨਿਰੰਕਾਰ ਦੀ ਵਿਚਾਰ ਕਰਦਾ ਹੈ।
ਇਸ ਕਰਕੇ ਉਹ ਪ੍ਰਵਾਨ ਹੈ, ਕਿਉਂਕਿ ਉਸਨੇ ਉਸ ਪ੍ਰਭੂ ਨੂੰ ਜਾਣ ਲਿਆ ਹੈ। ਦੋਨੋਂ ਰੂਪ ਉਸਦੇ ਨੇ, ਸਰਗੁਣ ਵੀ ਤੇ ਨਿਰਗੁਣ ਵੀ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਦਾਨ। ਜਿਨ੍ਹਾਂ ਨੂੰ ਸਾਸ ਗਰਾਸ ਵਿਸਰਦਾ ਨਹੀਂ ਹੈ ਪ੍ਰਭੂ, ਜਿੱਥੋਂ ਸਵਾਸ ਅੰਦਰ ਆਉਂਦਾ ਬਾਹਰ ਜਾਂਦਾ, ਉੱਥੇ ਉਸ ਨੂੰ ਦੇਖਦੇ ਰਹਿੰਦੇ ਨੇ, ਤੇ ਉਹ ਫਿਰ ਪੂਰੇ ਪੁਰਖ ਨੇ, ਉਹ ਪ੍ਰਧਾਨ ਨੇ ਉਸ ਪ੍ਰਭੂ ਦੀ ਦਰਗਾਹ ਦੇ ਵਿੱਚ, ਜਿਨ੍ਹਾਂ ਨੂੰ ਨਹੀਂ ਵਿਸਰਦਾ। ਉਹ ਚਾਹੇ ਸਾਗਦੇ ਨੇ, ਚਾਹੇ ਤ੍ਰੈ ਗੁਣਾ ਦੇ ਵਿੱਚ ਨੇ, ਚਾਹੇ ਚੌਥੇ ਪਦ ਵਿੱਚ ਨੇ, ਕਿਉਂਕਿ ਉਹ ਪ੍ਰਵਾਨ ਨੇ, ਉੱਥੇ ਪ੍ਰਧਾਨ ਨੇ, ਜਿਨ੍ਹਾਂ 'ਤੇ ਆਪ ਪ੍ਰਭੂ ਕਿਰਪਾ ਕਰਦਾ ਹੈ, ਜਿਨ੍ਹਾਂ ਨੂੰ ਸਾਸ ਗਰਾਸ ਧਿਆਉਣ ਦਾ ਜੁਗਤੀ ਦੇ ਦਿੰਦਾ ਹੈ, ਤੇ ਫਿਰ ਵਿਸ਼ਵਾਸ ਦਵਾ ਦਿੰਦਾ ਹੈ। ਕਰਮੀ ਸਤਿਗੁਰ ਪਾਈਐ, ਆਨ ਦਿਨ ਲੱਗਾ ਧਿਆਨ। ਫਿਰ ਐਸੇ ਜੀਵ ਜਿਨ੍ਹਾਂ 'ਤੇ ਇੱਦਾਂ ਦਇਆ ਕਰਦਾ ਹੈ, ਫਿਰ ਉਹਨਾਂ ਨੂੰ ਇੱਕ ਖਜ਼ਾਨਾ ਦਿੰਦਾ ਹੈ ਸਤਿਗੁਰ ਦਾ, ਕਰਮ ਦੇ ਵਿੱਚ ਲਾਉਂਦਾ ਹੈ, ਤੇ ਫਿਰ ਉਹਨਾਂ ਦਾ ਹਰ ਸਮੇਂ ਧਿਆਨ ਲੱਗਿਆ ਰਹਿੰਦਾ ਹੈ। ਅਨ ਦਿਨ ਧਿਆਉਂਦੇ ਰਹਿੰਦੇ ਨੇ, ਕਿਉਂਕਿ ਪ੍ਰਗਟ ਹੈ। ਜਦੋਂ ਪ੍ਰਗਟ ਹੋਏਗਾ ਧਿਆਨ ਉਸ ਵਿੱਚ ਜਾਂਦਾ ਹੈ। ਤਿੰਨ ਕੀ ਸੰਗਤ ਮਿਲ ਰਹਾ, ਦਰਗਾਹ ਪਾਈ ਮਨ। ਫਿਰ ਜਿਹੜੇ ਇਸ ਅਵਸਥਾ ਦੇ ਵਿੱਚ ਜੀਵ ਨੇ, ਜਿਨ੍ਹਾਂ ਦਾ ਅਨ ਦਿਨ ਧਿਆਨ ਲੱਗਦਾ ਹੈ, ਇਹਨਾਂ ਜਨਾਂ ਦੀ ਸੰਗਤ ਵਿੱਚ ਜਾਵਾਂਗੇ, ਪ੍ਰਾਪਤ ਹੋਏਗੀ। ਫਿਰ ਸਾਨੂੰ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਹੁੰਦਾ ਹੈ, ਕਿਉਂਕਿ ਇਹਨਾਂ ਦੇ ਹਿਰਦੇ ਦੇ ਵਿੱਚ ਆਪ ਪ੍ਰਭੂ ਬਸਦਾ ਹੈ। ਬੇਸ਼ੱਕ ਆਪਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਜੀਵ ਦੀ ਸੰਗਤ ਕਰਦੇ ਹਾਂ, ਇਸ ਸਰੀਰ ਦੀ ਸੰਗਤ ਕਰਦੇ ਹਾਂ, ਲੇਕਿਨ ਸਰੀਰ ਇੱਕ ਮਿੱਟੀ ਦਾ ਪੁਤਲਾ ਹੈ, ਲੇਕਿਨ ਸਾਡੀ ਕੰਚਨ ਕਾਇਆ ਵੀ ਹੈ, ਜਿੱਥੇ ਪ੍ਰਭੂ ਪ੍ਰਗਟ ਹੁੰਦਾ ਹੈ। ਆਪ ਪ੍ਰਭੂ ਆਪਣਾ ਗਿਆਨ ਕਰਵਾਉਂਦਾ ਹੈ। ਇਸ ਕਰਕੇ ਕਿਸੇ ਜੀਵ ਦਾ ਗਿਆਨ ਨਹੀਂ ਹੈ, ਇਹ ਉਸ ਪ੍ਰਭੂ ਦਾ ਆਪਣਾ ਗਿਆਨ ਹੈ, ਆਪਣੇ ਜਨਾਂ ਦੁਆਰਾ ਆਪ ਕਰਵਾਉਂਦਾ ਹੈ। ਸੌਦੇ ਵਾਹੋ ਵਾਹੋ ਉਚਰੈ, ਉੱਠਦੇ ਵੀ ਵਾਹੋ ਕਰੇਨ। ਜਦੋਂ ਤ੍ਰੈ ਗੁਣਾ ਵਿੱਚ ਨੇ, ਫਿਰ ਵੀ ਉਸ ਨੂੰ ਦੇ ਨਾਲ ਜੁੜੇ ਰਹਿੰਦੇ ਨੇ, ਤੇ ਜਦੋਂ ਜਾਗਦੇ ਨੇ, ਚੌਥੇ ਪਦ ਵਿੱਚ ਨੇ, ਫਿਰ ਵੀ ਉਸ ਦੀ ਸਿਫਤ ਸਲਾਹ ਕਰਦੇ ਨੇ, ਦੇਖਦੇ ਨੇ, ਉਸ ਦੇ ਨਾਲ ਪਿਆਰ ਪਾਉਂਦੇ ਨੇ। ਜਿਵੇਂ ਕਿਸੇ ਸੋਹਣੀ ਚੀਜ਼ ਨੂੰ ਦੇਖ ਕੇ ਸਾਡੇ ਅੰਦਰੋਂ ਬਾਹਰ ਨਿਕਲਦਾ ਹੈ, ਇੱਦਾਂ ਪ੍ਰਭੂ ਦੇ ਦਰਸ਼ਨਾਂ ਦੇ ਨਾਲ ਫਿਰ ਸਾਡੇ ਅੰਦਰੋਂ ਆਪਣੇ ਆਪ ਵਾਹੋ ਸ਼ਬਦ ਨਿਕਲਦਾ ਹੈ। ਉੱਥੇ ਫਿਰ ਜੀਵ ਵਾਹੋ ਸ਼ਬਦ ਨੂੰ ਉਚਾਰਦਾ ਹੈ। ਨਾਨਕ ਤੇ ਮੁਖ ਉਜਲੇ, ਜੇ ਨਿਤ ਉੱਠ ਸੰਭਾਲੇਨ। ਉਹਨਾਂ ਦੇ ਮੁਖ ਉਜਲੇ ਰਹਿੰਦੇ ਨੇ, ਜਿਹੜੇ ਜੇ ਤ੍ਰੈ ਗੁਣਾ ਦੇ ਵਿੱਚ ਥੋੜ੍ਹੇ ਸਮੇਂ ਸੌਂ ਵੀ ਗਿਆ, ਜੀਵ ਤ੍ਰੈ ਗੁਣਾ ਵਿੱਚ ਪੈ ਵੀ ਗਿਆ, ਫਿਰ ਉੱਠਦਾ ਹੈ, ਫਿਰ ਸੰਭਾਲ ਲੈਂਦਾ ਹੈ। ਇੱਕ ਤਨ ਦਾ ਸੌਣਾ, ਇੱਕ ਮਨ ਦਾ ਸੌਣਾ ਹੈ। ਜਦੋਂ ਤਨ ਸੌਂਦਾ ਹੈ, ਉਦੋਂ ਮਨ ਜਾਗਦਾ ਹੈ। ਜਦੋਂ ਤਨ ਜਾਗਦਾ, ਉਦੋਂ ਮਨ ਸੰਸਾਰ ਦਾ ਸੌਂ ਜਾਂਦਾ ਹੈ, ਲੇਕਿਨ ਗੁਰਮੁਖਾਂ ਦਾ ਮਨ ਉਦੋਂ ਵੀ ਜਾਗਦਾ ਹੈ, ਜਿਸ ਨੂੰ ਅਨ ਦਿਨ ਜਾਗਣਾ ਵੀ ਕਹਿੰਦੇ ਹਾਂ। ਅਗਲਾ ਸ਼ਲੋਕ ਹੈ ਮਹੱਲੇ ਚੌਥੇ ਦਾ, ਮਹੱਲਾ ਚੌਥਾ। ਸਤਿਗੁਰ ਸੇਵੀਐ ਆਪਣਾ, ਪਾਈਐ ਨਾਮ ਅਪਾਰ। ਸਤਿਗੁਰ ਦੀ ਸੇਵਾ ਕਰਨੀ ਹੈ ਆਪਣੇ ਦੀ। ਜਿਹੜੇ ਆਪਣੇ ਸਤਿਗੁਰ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਪ੍ਰਾਪਤ ਕੀ ਹੁੰਦਾ ਹੈ? ਨਾਮ, ਜਿਹੜਾ ਅਪਾਰ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ ਹੈ, ਜਿਹੜਾ ਅਖੁੱਟ ਹੈ, ਜਿਹੜਾ ਅਤੁੱਟ ਹੈ। ਪੌਜਲ ਡੁੱਬਦਿਆਂ ਕੱਢ ਲਏ, ਹਰ ਦਾਤ ਕਰੇ ਦਾਤਾਰ। ਫਿਰ ਭਵਜਲ ਵਿੱਚ ਡੁੱਬਦਿਆਂ ਨੂੰ ਕੱਢ ਲੈਂਦਾ ਹੈ। ਸੱਚਾ ਗੁਰ ਸਾਨੂੰ ਕੱਢ ਲੈਂਦਾ ਭਵਜਲ ਚੋਂ ਡੁੱਬਦਿਆਂ ਨੂੰ। ਆਪ ਜਿਨ੍ਹਾਂ ਤੇ ਹਰੀ ਇਹ ਦਾਤ ਦਿੰਦਾ ਹੈ, ਕਿਰਪਾ ਕਰਦਾ ਹੈ, ਹਰ ਦਾਤ ਕਰੇ ਦਾਤਾਰ। ਜਿਨ੍ਹਾਂ ਦੁਆਰਾ ਆਪਣਾ ਗਿਆਨ ਦਿੰਦਾ ਹੈ, ਜਿਨ੍ਹਾਂ ਨੂੰ ਆਪਣੇ ਇਸ ਮਾਰਗ ਲਈ ਚੁਣ ਲੈਂਦਾ ਹੈ, ਫਿਰ ਆਪਣਾ ਗਿਆਨ ਦਿੰਦਾ ਹੈ, ਭਵਜਲ ਦੇ ਵਿੱਚੋਂ ਡੁੱਬਦਿਆਂ ਨੂੰ ਕੱਢ ਲੈਂਦਾ ਹੈ। ਤਨ ਤਨ ਸੇ ਸਾਹ ਹੈ, ਜੇ ਨਾਮ ਕਰੇ ਵਪਾਰ।
ਤੇ ਧੰਨ ਧੰਨ ਉਹ ਸ਼ਾਹ ਨੇ, ਸੱਚੇ ਸ਼ਾਹ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ। ਚਾਹੇ ਸੰਸਾਰਿਕ ਧਨ ਦਾ ਉਹਨਾਂ ਕੋਲ ਕੌਡੀ ਵੀ ਨਾ ਹੋਵੇ, ਲੇਕਿਨ ਜੇ ਨਾਮ ਧਨ ਹੈ ਗੁਰਬਾਣੀ ਅਨੁਸਾਰ ਉਹੀ ਸੱਚੇ ਸ਼ਾਹ ਨੇ। ਤੇ ਜਿਨ੍ਹਾਂ ਦੇ ਕੋਲ ਧਨ ਦੌਲਤ ਬਹੁਤ ਹੋਵੇ ਲੇਕਿਨ ਨਾਮ ਨਹੀਂ ਹੈ ਤੇ ਉਹ ਨਿਰਧਨ ਨੇ। ਇਸ ਕਰਕੇ ਇੱਥੇ ਉਹਨਾਂ ਨੂੰ ਸ਼ਾਹ ਕਿਹਾ ਹੈ ਜਿਨ੍ਹਾਂ ਦੇ ਕੋਲ ਨਾਮ ਧਨ ਹੈ। ਇਹਨੂੰ ਮਹਾਰਾਜ ਸਮਝਾਉਂਦੇ ਨੇ ਕਿ ਇੱਕ ਜੀਵ ਉਹ ਨੇ ਜਿਹੜੇ ਸ਼ਾਹ ਸਦਾਉਂਦੇ ਨੇ, ਸੋਨਾ ਚਾਂਦੀ ਇਕੱਠਾ ਕਰ ਲੈਂਦੇ ਨੇ। ਸੋਨਾ ਰੂਪਾ ਸੰਚੀਐ, ਧਨ ਕਾਚਾ ਬਿਖਸ਼ਾਰ, ਸਾਹ ਸਦਾਏ ਸੰਚ ਧਨ, ਡੁੱਬਦਾ ਹੋਏ ਖੁਆਰ। ਵੀ ਐਸੇ ਸ਼ਾਹ ਸਦਾਉਂਦੇ ਨੇ ਆਪਣੇ ਆਪ ਨੂੰ, ਐਸ ਕੱਚਾ ਧਨ ਇਕੱਠਾ ਕਰਕੇ ਦੁਬਦਾ ਦੇ ਵਿੱਚ ਖੁਆਰ ਹੁੰਦੇ ਨੇ। ਸਚਿਆਰੀ ਸੱਚ ਸੰਚਿਆ, ਜਿਹੜੇ ਸਚਿਆਰ ਨੇ ਉਹ ਕਿਆ ਸੰਚਦੇ ਨੇ? ਸੱਚ ਨੂੰ। ਸਚਿਆਰੀ ਸੱਚ ਸੰਚਿਆ, ਸਾਚੋ ਨਾਮ ਅਮੋਲ, ਹਰ ਨਿਰਮੈਲ ਉਜਲੋ, ਪਤ ਸਾਚੀ ਸੱਚ ਬੋਲ। ਉਹ ਫਿਰ ਸੱਚ ਨੂੰ ਵਰਜਦੇ ਨੇ, ਸੱਚ ਨੂੰ ਸੰਚਦੇ ਨੇ, ਸੱਚੇ ਧਨ ਨੂੰ ਸੰਚਦੇ ਨੇ। ਉਹਨਾਂ ਦੀ ਪਤ ਵੀ ਉੱਥੇ ਸੱਚੀ ਹੈ, ਉਹਨਾਂ ਦੇ ਬਚਨ ਵੀ ਸੱਚੇ ਨੇ। ਸਚਿਆਰੀ ਸੱਚ ਸੰਚਿਆ, ਸਾਚੋ ਨਾਮ ਅਮੋਲ, ਹਰ ਨਿਰਮੈਲ ਉਜਲੋ, ਪਤ ਸਾਚੀ ਸੱਚ ਬੋਲ। ਉਹ ਉਸ ਨੂੰ ਸੰਚ ਲੈਂਦੇ ਜਿਹੜਾ ਹਰੀ ਹੈ, ਜੋ ਨਿਰਮੈਲ ਹੈ, ਨਿਰਮਲ ਹੈ, ਮੈਲ ਤੋਂ ਰਹਿਤ ਹੈ, ਜੋ ਉਜਲਾ ਹੈ। ਤੇ ਉੱਥੇ ਉਹਨੂੰ ਸੰਚਣ ਦੇ ਨਾਲ ਉਹਨਾਂ ਦੇ ਵੀ ਜਿਹੜੇ ਬਚਨ ਨੇ ਉੱਥੇ ਕਬੂਲ ਹੋ ਜਾਂਦੇ ਨੇ, ਕਿਉਂਕਿ ਉਹ ਸੱਚੇ ਬਚਨ ਨੇ। ਐਸੇ ਜੀਵ ਧਨ ਨੇ, ਧਨ ਧਨ ਸ਼ੇਸ਼ਾ ਹੈ, ਜੇ ਨਾਮ ਕਰੇ ਵਪਾਰ। ਉਹ ਫਿਰ ਨਾਮ ਦਾ ਵਪਾਰ ਕਰਦੇ ਨੇ, ਸੰਸਾਰੀ ਵਸਤਾਂ ਦਾ ਨਹੀਂ, ਨਾਮ ਦਾ। ਬਨਜਾਰੇ ਸਿੱਖ ਆਪਦੇ ਸ਼ਬਦ ਲਗਾਵਣ ਹਾਰ, ਜਿਹੜੇ ਬਨਜਾਰੇ ਸਿੱਖ ਆਉਂਦੇ ਨੇ, ਜਿਹੜਾ ਇਹ ਗਿਆਨ ਲੈਣ ਆਉਂਦੇ ਨੇ, ਉਹਨਾਂ ਨੂੰ ਗੁਰ ਸ਼ਬਦ ਦੁਆਰਾ ਭਵ ਸਾਗਰ ਤੋਂ ਪਾਰ ਲੰਘਾਉਂਦੇ ਨੇ। ਜਨ ਨਾਨਕ ਜਿਨ ਕੋ ਕਿਰਪਾ ਪਈ, ਤਿਨ ਸੇਵਿਆ ਸਿਰਜਣਹਾਰ। ਤੇ ਸਤਿਗੁਰੂ ਸਮਝਾਉਂਦੇ ਨੇ ਵੀ ਜਿਨ੍ਹਾਂ ਜਨਾਂ ਨੂੰ ਕਿਰਪਾ ਹੁੰਦੀ ਹੈ, ਆਪ ਮਾਲਕ ਦਿਆ ਕਰਦਾ ਹੈ, ਉਹ ਫਿਰ ਉਸ ਪ੍ਰਭੂ ਨੂੰ ਸੇਵਦੇ ਨੇ। ਸੇਵਾ ਕਿਸ ਦੀ ਕਰਦੇ ਨੇ? ਸਿਰਜਣਹਾਰ ਪ੍ਰਭੂ ਦੀ। ਕਿਵੇਂ ਹੁੰਦੀ? ਦੇਖ ਦੇਖ ਕੇ, ਨਜ਼ਰਾਂ ਦੁਆਰਾ, ਪ੍ਰੇਮ ਦੇ ਨਾਲ, ਹੁਕਮ ਦੇ ਵਿੱਚ ਚੱਲਣਾ ਹੈ, ਇਹ ਸੇਵਾ ਹੈ। ਅੱਗੇ ਹੈ ਪੌੜੀ। ਸੱਚ ਸੱਚੇ ਕੇ ਜਨ ਭਗਤ ਹੈ, ਸੱਚ ਸੱਚਾ ਜਿਨੀ ਅਰਾਧਿਆ। ਉਸ ਸੱਚ ਦੇ, ਉਸ ਸੱਚੇ ਦੇ ਭਗਤ ਨੇ ਜਿਹੜੇ, ਕਿਹੜੇ ਭਗਤ ਨੇ? ਜਿਨ੍ਹਾਂ ਨੇ ਸੱਚ ਨੂੰ ਅਰਾਧਿਆ ਹੈ। ਸੱਚ ਸੱਚਾ ਜਿਨੀ ਅਰਾਧਿਆ, ਉਹ ਸੱਚੇ ਪ੍ਰਭੂ ਦੇ ਭਗਤ ਨੇ। ਜਿਨ ਗੁਰਮੁਖ ਖੋਜ ਢੰਡੋਲਿਆ, ਤਿਨ ਅੰਦਰੋਂ ਹੀ ਸੱਚ ਲਾਦਿਆ। ਜਿਨ੍ਹਾਂ ਗੁਰਮੁਖਾਂ ਨੇ ਢੰਡੋਲਿਆ ਹੈ ਉਸ ਪ੍ਰਭੂ ਨੂੰ, ਉਸ ਦੀ ਭਗਤੀ ਕੀਤੀ, ਪਹਿਲਾਂ ਉਸ ਨੂੰ ਲੱਭਿਆ ਤੇ ਕਿੱਥੇ ਪ੍ਰਗਟ ਹੋ ਗਿਆ? ਅੰਦਰ ਹੀ, ਹਿਰਦੇ ਦੇ ਵਿੱਚ। ਸਰੀਰ ਤੋਂ ਦਰਾਂ ਤੇ ਨਹੀਂ, 10ਵੇਂ ਦੁਆਰ 'ਚ। ਇੱਧਰ ਨੂੰ ਆਪਾਂ ਬਾਹਰ ਚਲੇ ਜਾਂਦੇ, ਇੱਧਰ ਨੂੰ ਜਾ ਕੇ ਜਦੋਂ ਢੂੰਡਿਆ ਤੇ ਅੰਦਰੋਂ ਹੀ ਉਸ ਨੂੰ ਲੱਭ ਲਿਆ ਸਾਹਮਣੇ। ਜਿਵੇਂ ਆਪਾਂ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ ਕਿ ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ, ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਸਾਹਮਣੇ ਸਿੱਧਾ ਹੀ ਕੰਚਨ ਕਾਇਆ ਕੋਟ, ਕਿਉਂਕਿ ਇੰਨੀ ਮਿੱਟੀ ਦੀ ਕਾਇਆ ਹੈ, ਇੱਥੋਂ ਕੰਚਨ ਕਾਇਆ ਸ਼ੁਰੂ ਹੋ ਜਾਂਦੀ ਹੈ। ਸੱਚ ਸਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨਿ ਸਾਧਿਆ। ਜਿਨ੍ਹਾਂ ਨੇ ਉਹ ਸੱਚੇ ਸਾਹਿਬ ਦੀ ਸੇਵਾ ਕੀਤੀ ਹੈ, ਉਹਨਾਂ ਨੇ ਆਪਣੇ ਅੰਦਰੋਂ ਕਾਲ ਕੰਟਕ ਨੂੰ ਮਾਰ ਦਿੱਤਾ ਹੈ। ਉਹਨਾਂ ਸਾਧ ਲਿਆ ਹੈ, ਆਪਣੇ ਮਨ ਨੂੰ ਸਾਧਿਆ ਕਾਲ ਕੰਟਕ ਤੋਂ। ਕਾਲ ਕੰਟਕ ਹੈ ਜਿਹੜਾ ਬੁਰਾਈਆਂ ਦੇ ਵਿੱਚ ਪਾਉਂਦਾ ਹੈ ਮਨ ਨੂੰ, ਇਸ ਕਰਕੇ ਮਨ ਨੂੰ ਸਾਧ ਲਿਆ ਕਾਲ ਕੰਟਕ, ਉਸ ਦੇ ਮਨ ਦੇ ਵਿੱਚੋਂ ਨਾਸ ਹੋ ਗਿਆ। ਸੱਚ ਸੱਚਾ ਸਭ ਤੋਂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਦਿਆ। ਜੋ ਸੱਚ ਹੈ ਉਹ ਸਭ ਤੋਂ ਵੱਡਾ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਦੀ ਰਚਨਾ ਸੱਚ ਤੋਂ ਹੋਈ ਹੈ। ਸੱਚ ਨਿਰੰਕਾਰ ਨੂੰ ਕਿਹਾ ਹੈ, ਪ੍ਰਕਾਸ਼ ਨੂੰ ਕਿਹਾ ਹੈ, ਸਭ ਤੋਂ ਵੱਡਾ ਹੈ। ਜਿਨ੍ਹਾਂ ਨੇ ਫਿਰ ਸੱਚ ਦੀ ਸੇਵਾ ਕੀਤੀ, ਉਹ ਜਾ ਕੇ ਸੱਚ ਦੇ ਵਿੱਚ ਹੀ ਸਮਾ ਗਏ।
सच दा रूप ही हो गए। सच सच्चे नूं सावास है, सच सच्चा सेव फला दिया। ते फिर समझाउंदे ने कि सच सच्चे नूं शाबाश है। ऐसे शाबाश है जिन्हां ने सच नूं आराध्या है, क्योंकि सच्चा सेव के ही फल प्राप्त होता है। फल किसदे कोल है? सच दे कोल, प्रभु दे कोल, हरि दे कोल, जिसनों सच कह देता है, निरंकार कह देता है, हरि कह देता है, राम कह देता है, अल्लाह कह देता है, गौड़ कह देता, बहुत सारे नाम ने सच दे। इस करके उसनों आराधदे ने, सेवा करते ने, उन्हां नूं फल भी मिलता है। सो आओ हुण नाल आपां अभ्यास करिए ते आइए, तां कि कर्म जिहड़ा साडा असली त्याउणा है, जो विचार कीती है आपां त्याउणा है, उस सच नूं जानना है। किवें जान सकदे हां? जदों असीं अंतरगत जावांगे। इधर नूं सामणे ध्यान जांदा, इस तो रोक के इस नूं इस पासे नूं ध्यान नूं लैके जावांगे। फिर आपां जाके पहलां गुरु नूं कमावांगे ते गुर सानूं नाम दे विच प्रगट, नाम प्रगट कर देंदा है, प्रकाश प्रगट हो जाता है, जिस दे विच असीं फिर मन नूं धोंदे हां, मन निर्मल हुंदा है। जदों मन निर्मल हो जाता है, फिर साडी जोत प्रभु दी जोत विच इकमिक हो जाती है। वो अवस्था दे विच आपां सच नूं दे विच समा जाते हैं। सो किवें समाउणा है? दो नेत्रां नूं सब तो पहला जिथों साडा अंदर शुरू हुंदा है, जिथों प्रभु दा वासा है, इस पॉइंट तो अगे इधर है। दोनों नेत्रां नूं इस पॉइंट ते आपां टकाउणा है। इस पॉइंट ते दृष्टि फोकस करके देखना है कि सानू नक दिसदा है जां नहीं, क्योंकि जे दिसदा है फिर असीं एक जोत, एक मन, एक चित नहीं हाँ। जे नहीं दिसदा फिर असीं एक मन हाँ, एक जोत हाँ, लेकिन फिर भी असीं भरम दे विच हाँ, क्योंकि असीं गुर दा ज्ञान नहीं लिया। जदों गुर लैके कमाउंदे हाँ, फिर मन प्रकाश हो जाता है, मुख उजल हो जाता है, फिर साडे भरम दूर होंदे ने। सो आओ आपां की करना है, इत्थे दृष्टि फोकस करके अपने आप नूं देखना है कि साडा मन एक दृष्ट है जां दो दृष्ट, नक दिसदा जां नहीं। जेकर नक दिसदा है दो दृष्टि है, जे नहीं दिसदा एक दृष्ट है। फिर ये देखना है जे दिसदा किस पासों, सज्जे खब्बे जां दोवल्ले, अपने आप नूं परखना है, क्योंकि सज्जे पासे तमोगुण, खब्बे रजोगुण, विचाले सतगुण। इतों फिर आवाज़ देवांगे ध्यान सामने लेके आओ। पहला इस पॉइंट ते देखना है, फिर जदों कहांगे ध्यान सामने लैके आओ, फिर आपां सामने देखना है। फिर जदों कहांगे मस्तक दे सामने लै जाओ, फिर पलका उत्ते चुक दो। फिर जदों कहांगे सामने, फिर भाव सामने, फिर जदों कहांगे सम करके देखो। फिर इस पॉइंट ते दृष्टि फोकस करनी है, अपने आप नूं देखना है, परखना है। कोई नवा जीव जे नक दिसदा, उसने देखना है कि हुण दिसनों हट गया, जे दिसनों हट गया तो आपां एक दृष्ट हो गए। सो आओ नेत्र सम करके अपने आप नूं देखिए। सामने लेके आइए, ध्यान सामने देखिए।
मस्तक दे सामने लै जाओ, पलका उत्ते चुक दो। फिर सामने लेके आइए। फिर नक ते सम करके देखिए। नीचे ले जाओ ध्यान, बिल्कुल रिलैक्स देखना है। जिथे भी आप बैठे जो थले विछा उस तो थोड़ा ऊपर, अर्ज करो चादर है विछी थले, चादर तो थोड़ा ऊपर, रिलैक्स होके देखना है। इत्थे सानू प्रकाश अनुभव होना शुरू हो जाएगा। एक हलचल सानू अनुभव होएगी। अब फिर सम करके देखिए अपने आप नू। फिर नीचे लै जाओ ध्यान।
ਫਿਰ ਸਮ ਕਰਕੇ ਦੇਖੀਏ ਆਪਣੇ ਆਪ ਨੂੰ। फिर नीचे ले जो ध्यान, और सम करके देखिए अपने आप ਨੂੰ। फिर वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां आराधना है। ते जो भी सतगुर दी सेवा करदा है उस आके सच दे नाल मिलदा है। जे कोई इस दी निंदा करता है तो उसनूं फिर सज़ा भी मिलती है। सो आओ आपां अपने जीवन का लाह कटना है, घर बैठे ही आपां त्याग सकते हाँ। समझना है, गुरबाणी नूं पढ़ के देखना है कि जो आपां कर रहे हाँ ये सही कर रहे हैं, क्योंकि साडे मन दे विच कोई शंका नहीं होना चाहिए। जो शंका है उसनूं दूर करना है। इस करके शंका साडे मन विच नहीं होना चाहिए। सो आओ इन्नी क विचार करते हैं, बहुत सारिया भुल्लां हो जांदियां हन। आप संगत सतगुरु जी बख्शण योग हो, बख्श लेना जी। वाहिगुरु जी का खालसा, वाहिगुरु जी की फतेह।